ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਆਉਣ ਦਾ ਸਾਰਿਆਂ ਨੂੰ ਜੀ ਆਇਆਂ ਆਖਦਾ ਵਾਂ ਮੇਰੇ YouTube ਚੈਨਲ ਦੇ ਉੱਤੇ ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਅੱਜ ਜਿਹੜਾ ਅਸੀਂ ਇਹ ਸੈਸ਼ਨ ਲੈ ਕੇ ਆਏ ਹਾਂ, ਇਸ ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਇਤਿਹਾਸ ਦੇ ਭਾਗ ਨੂੰ, ਜਾਣੀ ਕਿ ਹਿਸਟਰੀ ਦੇ ਪਾਰਟ ਨੂੰ, ਜਿਹੜਾ ਕਿ ਸਾਡੀ ਸਮਾਜਿਕ ਸਿੱਖਿਆ ਵਾ ਕਲਾਸ 10ਵੀਂ ਦਾ, ਜਿਹਦੇ ਵਿੱਚ ਅਸੀਂ ਇੱਕ ਇੰਪੋਰਟੈਂਟ ਚੈਪਟਰ ਜਿਹੜਾ ਕਿ ਤੀਜਾ ਵਾ ਇਤਿਹਾਸ ਭਾਗ ਦਾ, ਗੁਰੂ ਨਾਨਕ ਦੇਵ ਜੀ ਦੇ ਉੱਤੇ ਬੇਸਡ ਨੇ। ਉਹਨਾਂ ਦੀਆਂ ਸਿੱਖਿਆਵਾਂ, ਗੁਰੂ ਨਾਨਕ ਦੇਵ ਜੀ ਨੇ ਕੀ ਕੀ ਸਾਨੂੰ ਕਿਹੜੇ ਰਾਸਤੇ ਦੱਸੇ, ਕਿਸ ਤਰੀਕੇ ਨਾਲ ਅਸੀਂ ਰੱਬ ਨੂੰ ਪਾ ਸਕਦੇ ਹਾਂ, ਇਹ ਚੀਜ਼ਾਂ ਦੇ ਬਾਰੇ ਅਸੀਂ ਡਿਸਕਸ ਕਰਾਂਗੇ। ਅਤੇ ਡਿਸਕਸ ਕਰਾਂਗੇ ਹੋਰ ਜਿਹੜੇ ਇੰਪੋਰਟੈਂਟ ਗੱਲਾਂ ਹੋਣਗੀਆਂ ਇਹਦੇ ਵਿੱਚ। ਨਾਲ ਦੀ ਨਾਲ ਤੁਹਾਨੂੰ ਕੁਐਸਚਨ ਸਮਝਾਊਂਗਾ, ਅਤੇ ਕੁਐਸਚਨ ਦੇ ਨਾਲ ਨਾਲ ਹੀ ਅਸੀਂ ਕੁਐਸਚਨ ਨੂੰ ਈਜ਼ੀਲੀ ਇੰਟਰਲੇਟ ਕਰਕੇ ਵੀ ਗੱਲਾਂ ਕਰਾਂਗੇ, ਤਾਂ ਜੋ ਕੀ ਆ ਤੁਹਾਨੂੰ ਈਜ਼ੀਲੀ ਸਮਝ ਆ ਸਕੇ ਅਤੇ ਵਧੀਆ ਢੰਗ ਨਾਲ ਤੁਹਾਨੂੰ ਇਹ ਸੈਸ਼ਨ ਜਿਹੜਾ ਵਾ ਉਹ ਵਧੀਆ ਵੀ ਲੱਗੇ ਅਤੇ ਤੁਹਾਨੂੰ ਸਾਰੀਆਂ ਗੱਲਾਂ ਸਮਝ ਆਉਣ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ, ਤਾਂ ਜੋ ਕੀ ਆ ਮੈਂ ਜਿਹੜੇ ਹੋਰ ਵੀ ਵਧੀਆ ਵਧੀਆ ਸੈਸ਼ਨ ਤੁਹਾਡੇ ਲਈ ਲੈ ਕੇ ਆ ਸਕਾਂ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ ਜੀ, ਪਹਿਲਾ ਕੁਐਸਚਨ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਮਿਤੀ ਦੇ ਬਾਰੇ ਕੀ ਮਤਭੇਦ ਨੇ। ਸਭ ਨੂੰ ਪਤਾ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਸਾਰੇ ਜਾਣਦੇ ਆ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ, ਬਟ ਫਿਰ ਵੀ ਹਰੇਕ ਬੰਦੇ ਜਿਹੜੇ ਨੇ ਉਹਨਾਂ ਨੇ ਆਪਣਾ ਡਿਫਰੈਂਟ ਪੁਆਇੰਟ ਆਫ ਵਿਊ ਦੱਸੇ ਨੇ, ਕਿਉਂਕਿ ਹਰੇਕ ਉਸ ਸਮੇਂ ਦੇ ਵਿੱਚ ਕੋਈ ਵਧੀਆ ਇਤਿਹਾਸਕਾਰ ਨਹੀਂ ਸੀ, ਜਾਂ ਉਹਨਾਂ ਦੀ ਕਹਿਣ ਦਾ ਭਾਵ ਵੀ ਜਿਹੜੇ ਸਾਡੇ ਉਹਨਾਂ ਦੇ ਮਤਭੇਦ ਮੰਨੇ ਜਾਂਦੇ ਆ, ਕਿਉਂਕਿ ਹਰੇਕ ਜਿਹੜਾ ਸੀਗਾ ਉਸ ਸਮੇਂ ਨੂੰ ਡਿਫਰੈਂਟ ਇਵੈਲੂਏਟ ਕਰਦਾ ਜਾਂ ਉਹ ਡਿਫਰੈਂਟ ਸਮਝਦਾ ਵਾ। ਦੇਖਦੇ ਆ ਕੀ ਕਹਿੰਦੇ ਆ। ਦੇਖੋ ਜੀ, ਕਹਿੰਦੇ ਉੱਤਰ ਦੇ ਵਿੱਚ ਹੈ ਭਾਈ ਬਾਲਾ ਜੀ ਜਿਹੜੇ ਸੀਗੇ, ਜਨਮ ਸਾਖੀ ਅਨੁਸਾਰ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਹ 1469 ਦੇ ਵਿੱਚ ਹੋਇਆ, ਵਿੱਚ ਕੱਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਹੋਇਆ। ਪਰੰਤੂ ਜਿਹੜਾ ਜ਼ਿਆਦਾਤਰ ਆਧੁਨਿਕ ਇਤਿਹਾਸਕਾਰ ਨੇ, ਗੁਰੂ ਜੀ ਦਾ ਜਿਹੜਾ ਜਨਮ ਦਿਨ ਆ ਉਹ ਵਿਸਾਖੀ ਵਾਲੇ ਦਿਨ ਨੂੰ ਹੀ, ਤਰੀਕ ਨੂੰ ਸਹੀ ਮੰਨਦੇ ਨੇ। ਉਹ ਸੋਚਦੇ ਨੇ ਵੀ ਭਾਈ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਵਿਸਾਖੀ ਵਾਲੇ ਦਿਨ ਹੋਇਆ ਸੀ 13 ਅਪ੍ਰੈਲ ਨੂੰ। ਅਤੇ ਇਹ ਕੁਝ ਕੁ ਮਹੱਤਵਪੂਰਨ ਜਿਹੜੇ ਮਤਭੇਦ ਨੇ ਉਹ ਕਾਫੀ ਇਤਿਹਾਸਕਾਰਾਂ ਦੇ ਵਿੱਚ ਨੇ, ਕਿਉਂਕਿ ਉਸ ਚੀਜ਼ ਦੇ ਬਾਰੇ ਜਾਂ ਉਹਨਾਂ ਦੇ ਜਨਮ ਦਿਨ ਬਾਰੇ ਜਾਂ ਉਹਨਾਂ ਦੀ ਜਨਮ ਤਿਥੀ ਬਾਰੇ ਕੀ ਸੀਗਾ ਮਤਭੇਦ ਹਲੇ ਵੀ ਬਣੇ ਹੋਏ ਨੇ। ਦੂਜਾ ਕੁਐਸਚਨ ਕੀ ਹੈ, ਕਿਸ ਘਟਨਾ ਨੂੰ ਸੱਚਾ ਸੌਦਾ ਨਾਂ ਦਿੱਤਾ ਗਿਆ। ਹੁਣ ਸੱਚਾ ਸੌਦਾ ਦਾ ਨਾਮ ਦੱਸਣਾ ਵਾ, ਜਿਹੜੀ ਗੁਰੂ ਨਾਨਕ ਦੇਵ ਜੀ ਨੇ ਇੱਕ, ਸਭ ਨੂੰ ਯਾਦ ਹੀ ਹੋਣਾ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਭੁੱਖੇ ਸਾਧੂ ਸੀਗੇ ਉਹਨਾਂ ਨੂੰ 20 ਰੁਪਏ ਦਾ ਜਿਹੜਾ ਲੰਗਰ ਛਕਾਇਆ ਸੀ, ਉਹਨੂੰ ਸੱਚਾ ਸੌਦਾ ਮੰਨਿਆ ਗਿਆ। ਅਸਲ ਦੇ ਵਿੱਚ ਸੱਚੇ ਸੌਦੇ ਦਾ ਮਤਲਬ ਕੀ ਹੁੰਦਾ ਵੀ ਦੂਸਰੇ ਲੋਕਾਂ ਦੇ ਲਈ ਭਲੇ ਲਈ ਕੰਮ ਕਰਨਾ। ਤਾਂ ਗੁਰੂ ਨਾਨਕ ਦੇਵ ਜੀ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਇਹੀ ਚੀਜ਼ਾਂ ਦਰਸਾਈਆਂ ਵੀ ਉਹ ਕਿਸ ਤਰੀਕੇ ਨਾਲ ਹਮੇਸ਼ਾ ਲੋਕਾਂ ਦੇ ਭਲੇ ਬਾਰੇ ਸੋਚਦੇ ਰਹੇ। ਪੈਸੇ ਕਦੇ ਵੀ ਮੈਟਰ ਨਹੀਂ ਕਰਦੇ, ਮੈਟਰ ਕਰਦੀ ਹੁੰਦੀ ਆ ਆਸਥਾ, ਅਤੇ ਗੁਰੂ ਨਾਨਕ ਦੇਵ ਜੀ ਨੇ ਇਹੀ ਚੀਜ਼ਾਂ ਸਾਰੇ ਲੋਕਾਂ ਨੂੰ ਸਮਝਾਈਆਂ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ। ਹੁਣ ਦੇਖੋ ਉੱਤਰ ਕੀ ਲਿਖਿਆ ਹੈ, ਗੁਰੂ ਨਾਨਕ ਦੇਵ ਜੀ ਦੇ ਦੁਆਰਾ ਵਪਾਰ ਕਰਨ ਦੇ ਲਈ ਦਿੱਤੇ ਗਏ 20 ਰੁਪਏ ਦੇ ਨਾਲ ਸਾਧੂ ਸੰਤਾਂ ਨੂੰ ਭੋਜਨ ਕਰਵਾਉਣ ਨੂੰ ਕੀ ਕਿਹਾ ਗਿਆ, ਸੱਚਾ ਸੌਦਾ ਮੰਨਿਆ ਗਿਆ ਵਾ। ਨੈਕਸਟ ਕੀ ਆ, ਦੇਖੋ ਜੀ, ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰੀ ਕਿੱਥੋਂ ਦੇ ਰਹਿਣ ਵਾਲੇ ਸੀ, ਸੁਪਤਨੀ ਕਿੱਥੋਂ ਦੇ ਰਹਿਣ ਵਾਲੇ ਸੀ, ਅਤੇ ਉਹਨਾਂ ਦੇ ਪੁੱਤਰਾਂ ਦਾ ਨਾਮ ਦੱਸਣਾ। ਹੁਣ ਸਭ ਨੂੰ ਪਤਾ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਿਆਹ ਸੀਗਾ ਉਹ ਬੀਬੀ ਸੁਲੱਖਣੀ ਦੇਵੀ ਜੀ ਨਾਲ ਹੋਇਆ ਸੀ, ਜਿਹੜੇ ਕਿ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸੀਗੇ। ਅਤੇ ਉਹਨਾਂ ਦੇ ਦੋ ਪੁੱਤਰ ਸੀਗੇ, ਸ਼੍ਰੀ ਚੰਦ ਅਤੇ ਸ਼੍ਰੀ ਲਖਮੀ ਦਾਸ ਜੀ, ਜਿਹੜੇ ਬਾਅਦ ਵਿੱਚ ਗੁਰਗੱਦੀ ਦੇ ਲਈ ਵੀ ਕਾਫੀ ਉਹਨਾਂ ਨੇ ਬਹਿਸ ਕੀਤੀਆਂ। ਅਤੇ ਪਰ ਗੁਰੂ ਨਾਨਕ ਦੇਵ ਜੀ ਨੂੰ ਪਤਾ ਸੀ ਵੀ ਉਸ ਗੁਰਗੱਦੀ ਦੇ ਲਈ ਲਾਇਕ ਕੌਣ ਨੇ, ਭਾਈ ਲਹਿਣਾ ਜੀ। ਅਤੇ ਬਾਅਦ ਵਿੱਚ ਉਹਨਾਂ ਨੇ ਉਹ ਜਿਹੜੀ ਗੁਰਗੱਦੀ ਸੀਗੀ ਉਹ ਭਾਈ ਲਹਿਣਾ ਜੀ ਨੂੰ, ਜਿਨ੍ਹਾਂ ਦਾ ਬਾਅਦ ਵਿੱਚ ਨਾਮ ਦਿੱਤਾ ਗਿਆ ਗੁਰੂ ਅਮਰਦਾਸ ਜੀ, ਉਹਨਾਂ ਨੇ ਗੁਰਗੱਦੀ ਜਿਹੜੀ ਆ ਉਹ ਸੌਂਪੀ। ਦੇਖੋ ਅਗਲਾ ਚੌਥਾ ਕੁਐਸਚਨ ਕੀ ਕਹਿੰਦਾ ਵਾ, ਗੁਰੂ ਨਾਨਕ ਦੇਵ ਜੀ ਦੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ। ਦੂਜਾ, ਇਸ ਦਾ ਭਾਵ ਦੱਸੋ। ਵੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਬੇਈ ਨਦੀ ਦੇ ਵਿੱਚੋਂ, ਤਾਂ ਉਹਨਾਂ ਨੇ 3 ਦਿਨ ਅਲੋਪ ਰਹੇ ਸੀ। ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਕੁਝ ਅਜਿਹੇ ਸ਼ਬਦ ਬੋਲੇ ਜਿਨ੍ਹਾਂ ਦੇ ਨਾਲ ਕੀ ਆ ਉਹ ਪੂਰੇ ਇਤਿਹਾਸ ਦੇ ਵਿੱਚ ਦਰਜ ਹੋ ਗਏ, ਅਤੇ ਉਸ ਦਾ ਕੀ ਭਾਵ ਬਣਦਾ ਸੀ। ਦੇਖੋ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਸ਼ਬਦ ਕਹੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਸ ਦਾ ਅਰਥ ਕੀ ਸੀ ਵੀ ਹਿੰਦੂ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ 'ਤੇ ਭਟਕ ਚੁੱਕੇ ਸਨ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਨੇ ਇੱਕ ਹੀ ਨਾਅਰਾ ਦਿੱਤਾ ਵੀ ਸਾਰੇ ਬੰਦੇ ਕੀ ਨੇ, ਸੇਮ ਨੇ, ਕਿਉਂਕਿ ਰੱਬ ਨੇ ਜਿਹੜੇ ਵੀ ਬੰਦੇ ਬਣਾਏ ਨੇ ਉਹ ਇੱਕੋ ਤਰ੍ਹਾਂ ਦੇ ਬਣਾਏ ਨੇ। ਬਸ ਜਿਹੜੇ ਜਾਤ ਪਾਤ ਦੀ ਵੰਡੀ ਪਾਈ ਆ ਉਹ ਸਾਡੇ ਲੋਕਾਂ ਜਿਹੇ ਨੇ, ਜਾਂ ਕੋਈ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੁੰਦੇ ਆ ਉਹਨਾਂ ਨੇ ਬਣਾਇਆ ਹੋਇਆ ਵਾ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਦੇਖੋ ਹਿੰਦੂ ਅਤੇ ਮੁਸਲਮਾਨ ਜਿਹੜੇ ਧਰਮ ਦੇ ਰਾਸਤੇ ਜਿਹੜਾ ਉਹਨਾਂ ਨੂੰ ਧਰਮ ਦੱਸਿਆ ਗਿਆ, ਜਾਂ ਉਹਨਾਂ ਦਾ ਜਿਹੜਾ ਵੀ ਰੀਤੀ ਰਿਵਾਜ ਨੇ ਉਹਨਾਂ ਤੋਂ ਭਟਕ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਸਾਡਾ ਰਸਤਾ ਕੀ ਆ। ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਲਈ ਕਈ ਚੀਜ਼ਾਂ ਵੀ ਕੀਤੀਆਂ, ਜਿਵੇਂ ਉਦਾਸੀਆਂ ਕੀਤੀਆਂ, ਅਤੇ ਉਹਨਾਂ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਨੈਕਸਟ ਦੇਖੋ ਕੀ ਆ, ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਕਿਸ ਰੋਲ ਲਈ ਕੰਮ ਕਰਦੇ ਸੀ, ਕਿਸ ਕੋਲ ਕੰਮ ਕਰਦੇ ਸੀ, ਵੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਸੁਲਤਾਨਪੁਰ ਲੋਧੀ ਚਲੇ ਗਏ ਸੀਗੇ, ਕਿਉਂਕਿ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਵਧੀਆ ਕੰਮ ਨਹੀਂ ਕਰ ਰਹੇ ਇੱਥੇ, ਤਾਂ ਉਹਨਾਂ ਜੀਅ ਵੀ ਨਹੀਂ ਲੱਗਦਾ। ਤਾਂ ਉਹਨਾਂ ਨੂੰ ਕੀ ਆ, ਉਹਨਾਂ ਦੇ ਜਵਾਈ ਕੋਲ ਭੇਜ ਦਿੱਤਾ ਗਿਆ ਸੀਗਾ, ਜਿਨ੍ਹਾਂ ਦਾ ਨਾਮ
ਜਿਹੜੇ ਕਿ ਬੀਬੀ ਨਾਨਕੀ ਜੀ ਦੇ ਹਸਬੈਂਡ ਸੀਗੇ, ਉਹਨਾਂ ਕੋਲ ਸੁਲਤਾਨਪੁਰ ਲੋਧੀ ਵਿਖੇ ਭੇਜਿਆ ਗਿਆ। ਉਹਨਾਂ ਨੂੰ ਦੇਖੋ ਕੀ ਕੰਮ ਦਿੱਤਾ ਗਿਆ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫੌਜਦਾਰ ਦੌਲਤ ਖਾਂ ਲੋਧੀ ਜਿਹੜੇ ਸੀਗੇ, ਉਹਨਾਂ ਦੇ ਸਰਕਾਰੀ ਮੋਦੀਖਾਨੇ ਦੇ ਵਿੱਚ ਕੀ ਕੀਤਾ ਸੀ, ਭੰਡਾਰ ਦਾ ਕੰਮ ਕਰਤਾ ਸੀ, ਜਿਹਦੇ ਵਿੱਚ ਉਹ ਅਨਾਜ ਭੰਡਾਰ ਦਾ ਕੰਮ ਕਰਦੇ ਸੀਗੇ। ਨੈਕਸਟ ਕੀ ਆ, ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਗਈਆਂ 4 ਬਾਣੀਆਂ ਨਾਮ ਲਿਖਣੇ। ਗੁਰੂ ਨਾਨਕ ਦੇਵ ਜੀ ਨੇ ਵੈਸੇ ਤਾਂ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ, ਆਪਣੀਆਂ ਬਾਣੀਆਂ ਦੇ ਥਰੂ ਲੋਕਾਂ ਨੂੰ ਕੀ ਆ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੀਆਂ 4 ਬਾਣੀਆਂ ਨੇ ਉਹ ਅਸੀਂ ਇਸ ਤਰੀਕੇ ਨਾਲ ਨੇ, ਵਾਰ ਮਲਾਹ ਨੇ, ਵਾਰ ਮਾਂਝਾ ਨੇ, ਵਾਰ ਆਸਾਂ, ਜਪਜੀ ਸਾਹਿਬ ਤੇ ਵਾਰ ਮਹਾ, ਇਹ ਜਿਹੜੇ ਸੀਗੀਆਂ 4 ਇਹਨਾਂ ਦੀਆਂ ਮਹੱਤਵਪੂਰਨ ਬਾਣੀਆਂ ਮੰਨੀਆਂ ਗਈਆਂ ਨੇ। ਨੈਕਸਟ ਹੈਗਾ, ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਦੇ ਵਿੱਚ ਕੀ ਵਿਚਾਰ ਦਿੱਤੇ। ਗੁਰੂ ਨਾਨਕ ਦੇਵ ਜੀ ਜਿਹੜਾ ਕੁਰੂਕਸ਼ੇਤਰ ਆ ਉਹ ਹਿੰਦੂਆਂ ਦੇ ਲਈ ਸਭ ਤੋਂ ਰਿਲੀਜੀਅਸ ਪਲੇਸ ਮੰਨੀ ਜਾਂਦੀ ਆ, ਕਿਉਂਕਿ ਇੱਥੇ ਕੀ ਹੋਇਆ ਸੀ, ਮਹਾਭਾਰਤ ਦਾ ਯੁੱਧ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਉੱਥੇ ਵੀ ਕੁਝ ਕੁ ਵਿਚਾਰ ਦਿੱਤੇ ਤਾਂ ਜੋ ਕੀ ਆ ਲੋਕਾਂ ਨੂੰ ਸਿੱਧੇ ਰਾਹ ਪਾਇਆ ਜਾ ਸਕੇ। ਦੇਖੋ ਕੀ ਵਿਚਾਰ ਦਿੱਤੇ ਕੁਰੂਕਸ਼ੇਤਰ ਦੇ ਵਿੱਚ। ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖਾਂ ਨੂੰ ਆਪਣੀ ਸਰੀਰਕ ਪਵਿੱਤਰਤਾ ਦੀ ਬਜਾਏ ਆਪਣੇ ਮਨ ਅਤੇ ਆਤਮਾ ਦੀ ਪਵਿੱਤਰਤਾ ਦੇ ਉੱਤੇ ਜ਼ੋਰ ਦੇਣਾ ਚਾਹੀਦਾ। ਵੀ ਹਮੇਸ਼ਾ ਬੰਦੇ ਨੂੰ ਕੀ ਆ, ਬਾਹਰਲੀ ਸੁੰਦਰਤਾ ਕਦੇ ਵੀ ਕੀ ਆ ਸਾਨੂੰ ਸਿਰਫ ਇੱਕ ਮੋਹਿਤ ਕਰ ਸਕਦੀ ਆ ਜਾਂ ਇੱਕ ਚੀਜ਼ਾਂ ਨੂੰ ਇੱਕ ਦੂਸਰੇ ਵੱਲ ਅਟਰੈਕਟ ਕਰ ਸਕਦੀ ਆ, ਬਟ ਵੀ ਜਿਹੜਾ ਸਾਡੇ ਮਨ ਅਤੇ ਆਤਮਾ ਦੀ ਜਿਹੜੀ ਪਵਿੱਤਰਤਾ ਵਾ ਉਹ ਦੂਸਰੇ ਦੇ ਵਿਚਾਰਾਂ 'ਤੇ ਹਰੇਕ ਬੰਦੇ ਨੂੰ ਭਾਉਂਦੇ ਆ, ਤਾਂ ਸਾਨੂੰ ਕੀ ਆਪਣੇ ਮਨ ਅਤੇ ਆਤਮਾ ਨੂੰ ਹੀ ਪਵਿੱਤਰ ਰੱਖਣਾ ਚਾਹੀਦਾ ਵਾ। ਨੈਕਸਟ ਕੀ ਆ, ਗੁਰੂ ਨਾਨਕ ਦੇਵ ਜੀ ਨੇ ਬਨਾਰਸ ਦੇ ਵਿੱਚ ਦੀ ਯਾਤਰਾ ਬਾਰੇ ਲਿਖੋ। ਵੀ ਜਦੋਂ ਗੁਰੂ ਨਾਨਕ ਦੇਵ ਜੀ ਬਨਾਰਸ ਦੇ ਵਿੱਚ ਯਾਤਰਾ ਕਰਨ ਗਏ ਤਾਂ ਉੱਥੇ ਉਹਨਾਂ ਨਾਲ ਕਿਹੜੀਆਂ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਦੱਸਣਾ ਵਾ। ਦੇਖੋ ਜੀ, ਬਨਾਰਸ ਦੇ ਵਿੱਚ ਗੁਰੂ ਜੀ ਦੀ ਭੇਟ ਪੰਡਿਤ ਚਤੁਰਦਾਸ ਦੇ ਨਾਲ ਹੋਈ, ਜੋ ਕਿ ਗੁਰੂ ਜੀ ਦੇ ਉਦੇਸ਼ਾਂ ਦਾ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਦਾ ਚੇਲਾ ਬਣ ਗਿਆ। ਵੀ ਜਿਹੜੇ ਗੁਰੂ ਨਾਨਕ ਦੇਵ ਜੀ, ਬਨਾਰਸ ਇੱਕ ਅਜਿਹੀ ਪਲੇਸ ਆ ਜਿੱਥੇ ਕੀ ਨੇ ਜ਼ਿਆਦਾਤਰ ਪੰਡਿਤ ਜਿਹੜੇ ਨੇ, ਜਾਂ ਫਿਰ ਕਹਿ ਦਿਓ ਵੀ ਬ੍ਰਾਹਮਣ ਕਾਸਟ ਨੂੰ ਜਿਹੜੇ ਬਿਲੋਂਗ ਕਰਦੇ ਨੇ ਹਿੰਦੂ ਧਰਮ ਦੇ ਵਿੱਚ, ਉਹ ਉੱਥੇ ਰਹਿੰਦੇ ਨੇ ਅਤੇ ਉੱਥੇ ਦੇ ਲੋਕ ਜਿਹੜੇ ਨੇ ਉਹ ਜ਼ਿਆਦਾਤਰ ਜਿਹੜੇ ਨੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਨੇ। ਗੁਰੂ ਨਾਨਕ ਦੇਵ ਜੀ ਨੇ ਬਨਾਰਸ ਦੇ ਵਿੱਚ ਜਾ ਕੇ ਇੱਕ ਚਤੁਰਦਾਸ ਨਾਮ ਦੇ ਇੱਕ ਪੰਡਿਤ ਸੀ, ਜਿਨ੍ਹਾਂ ਨੂੰ ਆਪਣੇ ਉਦੇਸ਼ ਦਿੱਤੇ ਅਤੇ ਉਹਨਾਂ ਦੇ ਉਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਉਹ ਪਰਸਨ ਗੁਰੂ ਜੀ ਦਾ ਚੇਲਾ ਬਣ ਗਿਆ ਅਤੇ ਉਹ ਵੀ ਗੁਰੂ ਜੀ ਦੇ ਰਾਹ ਦੇ ਉੱਤੇ ਚੱਲਣ ਲੱਗ ਗਿਆ। ਨੈਕਸਟ ਦੇਖੋ ਕੀ ਆ, ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਦੇਸ਼ ਦਿੱਤਾ। ਗੋਰਖਮਤਾ ਜਿਹੜਾ ਇੱਕ ਪਲੇਸ ਆ ਜਿੱਥੇ ਕੀ ਨੇ ਜ਼ਿਆਦਾਤਰ ਸਿੱਧ ਯੋਗੀ ਹਿੰਦੂ ਧਰਮ ਦੇ ਵਿੱਚ ਜਿਹੜੇ ਹੁੰਦੇ ਆ, ਜਿਹੜੇ ਕਿ ਆਪਣੇ ਘਰ ਤਿਆਗ ਕੇ ਕੀ ਆ ਜੰਗਲਾਂ ਦੇ ਵਿੱਚ ਤਪੱਸਿਆ ਲਈ ਚਲੇ ਜਾਂਦੇ ਆ, ਉਹਨਾਂ ਨੂੰ ਕੁਝ ਕੁ ਉਦੇਸ਼ ਦਿੱਤੇ ਸੀ। ਦੇਖੋ ਕਿਹੜੇ ਉਦੇਸ਼ ਨੇ। ਗੁਰੂ ਨਾਨਕ ਦੇਵ ਜੀ ਦੁਆਰਾ ਉਹ ਦਿੱਤੇ ਗਏ ਉਦੇਸ਼ ਸਰੀਰ ਉੱਤੇ ਸਵਾਹ ਮਲਣਾ, ਹੱਥ ਦੇ ਵਿੱਚ ਡੰਡਾ ਫੜਨ, ਸਿਰ ਮੁੰਨਾਉਣਾ ਅਤੇ ਸੰਸਾਰ ਤਿਆਗਣ ਵਰਗੇ ਵਿਅਰਥਾਂ ਦੇ ਅਡੰਬਰਾਂ ਨੂੰ ਮਨੁੱਖ ਦੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਸਿਰਫ ਇਕੱਲਾ ਵੀ ਜੰਗਲਾਂ ਦੇ ਵਿੱਚ ਤਪੱਸਿਆ ਕਰ ਲੈਣੀ, ਹੱਥਾਂ ਦੇ ਵਿੱਚ ਡੰਡਾ ਫੜ ਲੈਣਾ, ਸਵਾਹ ਮਲ ਲੈਣੀ ਅਤੇ ਕੀ ਆਪਣਾ ਘਰ ਤਿਆਗ ਦੇਣਾ, ਸਿਰ ਮੁੰਨਾ ਲੈਣਾ, ਇਹਦੇ ਨਾਲ ਕੋਈ ਵੀ ਬੰਦਾ ਕੀ ਨੇ ਇੱਕ ਤਰ੍ਹਾਂ ਦੇ ਅਡੰਬਰ ਨੇ, ਕੀ ਨੇ ਸਿਰਫ ਇੱਕ ਤਰ੍ਹਾਂ ਦੇ ਸਾਡੇ ਦਿਖਾਵੇ ਨੇ। ਸਾਨੂੰ ਇਹ ਦਿਖਾਵਾ ਤੋਂ ਦੂਰ ਰਹਿਣਾ ਚਾਹੀਦਾ। ਇਹਦੇ ਨਾਲ ਕੋਈ ਵੀ ਬੰਦਾ ਰੱਬ ਨੂੰ ਨਹੀਂ ਪਾ ਸਕਦਾ ਅਤੇ ਨਾ ਹੀ ਮੁਕਤੀ ਪ੍ਰਾਪਤ ਕਰ ਸਕਦਾ। ਦੇਖੋ 10ਵਾਂ ਕੁਐਸਚਨ ਕੀ ਕਹਿੰਦਾ, ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਕਿਹੋ ਜਿਹਾ ਹੈ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ, ਜਿਨ੍ਹਾਂ ਉਹ ਰੱਬ ਜਿਹੜੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਇੱਕ ਰੱਬ ਧਾਰੇ ਹੋਏ ਸੀਗੇ, ਤਾਂ ਉਹ ਰੱਬ ਦੀ ਵਿਆਖਿਆ ਕਿਵੇਂ ਕਰਦੇ ਸੀ ਉਹ ਦੱਸਣਾ ਵਾ। ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਵੀ ਪਰਮਾਤਮਾ ਨਿਰੰਕਾਰ, ਸਰਬ ਸ਼ਕਤੀਮਾਨ, ਸਰਬ ਵਿਆਪੀ ਅਤੇ ਸਰਬ ਉੱਚ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜਿਹੜੇ ਪਰਮਾਤਮਾ ਹੁੰਦਾ ਉਹ ਨਿਰੰਕਾਰ ਆ, ਉਹਦਾ ਕੋਈ ਵੀ ਆਕਾਰ ਨਹੀਂ ਦੱਸ ਸਕਦਾ ਵੀ ਉਹ ਕਿੱਦਾਂ ਦਿਖਦੇ ਆ, ਕਿੱਦਾਂ ਦੇ ਨਹੀਂ ਹੈਗੇ। ਉਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਨੇ, ਉਹ ਕੁਛ ਵੀ ਕਰ ਸਕਦੇ ਆ। ਉਹ ਸਰਬ ਵਿਆਪੀ ਨੇ, ਉਹਨਾਂ ਨੂੰ ਸਾਰੇ ਬੰਦਿਆਂ ਦੀ ਮਨਾਂ ਦੀਆਂ ਪਤਾ ਨੇ, ਅਤੇ ਉਹ ਸਰਬ ਉੱਚ ਨੇ, ਉਹਨਾਂ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਮਨ ਦੇ ਵਿੱਚ ਜਿਹੜੇ ਰੱਬ ਜੀ ਨੂੰ ਧਾਰਿਆ ਹੋਇਆ ਸੀ, ਉਹਦਾ ਵਰਣਨ ਕੀਤਾ। ਨੈਕਸਟ ਹੈਗਾ ਵਾ, ਗੁਰੂ ਨਾਨਕ ਦੇਵ ਜੀ ਦੇ ਕਿਹੋ ਜਿਹੇ ਜਨੇਊ ਚਾਹੁੰਦੇ ਸੀ। ਗੁਰੂ ਨਾਨਕ ਦੇਵ ਜੀ ਨੂੰ ਜਦੋਂ ਹਿੰਦੂਆਂ ਦੇ ਵਿੱਚ ਇੱਕ ਧਰਮ ਦੇ ਵਿੱਚ ਇੱਕ ਪਰੰਪਰਾ ਹੁੰਦੀ ਹੈ ਜਿਹਨੂੰ ਜਨੇਊ ਧਾਰਨ ਕਰਨਾ ਕਹਿੰਦੇ ਹੁੰਦੇ ਆ, ਜਿਹਦੇ ਵਿੱਚ ਕੀ ਹੁੰਦੇ ਆ, ਜਦੋਂ ਕੋਈ ਬੱਚਾ ਵੱਡਾ ਹੋ ਜਾਂਦਾ ਥੋੜ੍ਹਾ ਜਿਹਾ, ਤਾਂ ਉਹਨਾਂ ਦੇ ਵਿੱਚ ਕੀ ਹੁੰਦਾ ਵਾ ਵੀ ਸ਼ੁੱਧ ਬ੍ਰਾਹਮਣ ਬਣਾਉਣ ਦੇ ਲਈ ਉਹਨਾਂ ਨੂੰ ਜਨੇਊ ਦਿੱਤਾ ਜਾਂਦਾ। ਤਾਂ ਉਹ ਜਨੇਊ ਦੇ ਬਾਰੇ ਉਹਨਾਂ ਨੇ ਕੀ ਵਿਚਾਰ ਚਾਹੁੰਦੇ ਸੀ ਜਾਂ ਕਿਹੋ ਜਿਹਾ ਚਾਹੁੰਦੇ ਸੀ। ਗੁਰੂ ਨਾਨਕ ਦੇਵ ਜੀ ਨੇ ਸਦਗੁਣਾਂ ਦੇ ਧਾਗੇ ਨਾਲ ਬਣਾਇਆ ਗਿਆ ਜਨੇਊ ਪਾਉਣਾ ਚਾਹੁੰਦੇ ਸੀ। ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਕਿਹਾ ਵੀ ਮੈਨੂੰ ਜਨੇਊ ਕੀ ਆ ਸੂਤ ਦੇ ਧਾਗੇ ਦਾ ਨਹੀਂ ਚਾਹੀਦਾ, ਸਗੋਂ ਮੈਨੂੰ ਅਜਿਹਾ ਕੋਈ ਬੰਦਾ ਜਾਂ ਕੋਈ ਅਜਿਹੀ ਧਾਗਾ ਲਿਆ ਕੇ ਦਿਓ ਜਿਹੜੇ ਕਿ ਸਦਗੁਣਾ, ਜਾਣੀ ਕਿ ਸਾਰੇ ਗੁਣਾਂ ਨਾਲ ਸੰਪੰਨ ਹੋਵੇ, ਅਤੇ ਉਹ ਜਨੇਊ ਹੀ ਮੈਂ ਪਹਿਨੂੰਗਾ, ਅਦਰਵਾਈਜ਼ ਮੈਂ ਹੋਰ ਕੋਈ ਜਨੇਊ ਨਹੀਂ ਪਹਿਨੂੰਗਾ। ਲਾਸਟ ਕੀ ਆ, ਦੇਖੋ ਕੀ ਕਹਿੰਦੇ ਆ ਵੀ ਸੱਚੇ ਸੌਦੇ ਤੋਂ ਕੀ ਭਾਵ ਹੈ। ਸੱਚੇ ਸੌਦੇ ਤੋਂ ਕੀ ਭਾਵ ਸੀ, ਅਸੀਂ ਪਹਿਲਾਂ ਵੀ ਇਹ ਕੁਐਸਚਨ ਕੀਤਾ। ਦੇਖੋ ਸੱਚੇ ਸੌਦੇ ਤੋਂ ਭਾਵ ਪਵਿੱਤਰ ਵਪਾਰ, ਜੋ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਆਪਣੇ 20 ਰੁਪਏ ਦੇ ਨਾਲ ਫਕੀਰਾਂ ਨੂੰ ਰੋਟੀ ਖਵਾ ਕੇ ਕੀਤਾ ਸੀ। ਵੀ ਇਹਦੇ ਵਿੱਚ ਦੱਸਿਆ ਗਿਆ ਵੀ ਉਹਨਾਂ ਨੇ ਭੁੱਖੇ ਸਾਧੂਆਂ ਦਾ ਪੇਟ ਭਰਿਆ ਸੀ 20 ਰੁਪਏ ਦੇ ਨਾਲ। ਇਹ ਉਹਨਾਂ ਨੇ ਇੱਕ ਸੌਦਾ, ਸੱਚਾ ਸੌਦਾ ਕੀਤਾ, ਜਿਹਦੇ ਨਾਲ ਕੀ ਆ ਉਹਨਾਂ ਨੇ ਉਹਨਾਂ ਦੀਆਂ ਦੁਆਵਾਂ ਲਈਆਂ। ਤਾਂ ਦੁਆਵਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਇਹ ਚੀਜ਼ ਗੁਰੂ ਨਾਨਕ ਦੇਵ ਜੀ ਉਹ ਸੱਚੇ ਸੌਦੇ ਨਾਲ ਦਰਸਾਉਂਦਾ ਚਾਹੁੰਦੇ ਸੀਗੇ। ਨੈਕਸਟ ਹੈਗਾ ਆ ਸ਼ਾਰਟ ਕੁਐਸਚਨ। ਦੇਖੋ ਪਹਿਲਾ ਕੁਐਸਚਨ ਕੀ ਕਹਿੰਦਾ, ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ। ਵੀ ਗੁਰੂ ਨਾਨਕ ਦੇਵ ਜੀ ਕੀ ਸੋਚਦੇ ਸੀ ਵੀ ਪਰਮਾਤਮਾ ਕਿੱਦਾਂ ਦਾ ਵਾ।
ਗੁਰੂ ਨਾਨਕ ਦੇਵ ਜੀ ਦੁਆਰਾ ਵੀ ਜਿਹੜਾ ਪਰਮਾਤਮਾ ਜੀ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਵਿਚਾਰ ਜਿਹੜੇ ਨੇ ਇਸ ਪ੍ਰਕਾਰ ਨੇ। ਪਹਿਲਾ ਹੈਗਾ ਪਰਮਾਤਮਾ ਇੱਕ ਹੈ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਜਿਹੜੇ ਪਰਮਾਤਮਾ ਨੇ ਉਹ ਇੱਕ ਹੀ ਨੇ, ਉਹਨਾਂ ਨੂੰ ਅਸੀਂ ਵੰਡ ਨਹੀਂ ਸਕਦੇ। ਉਹ ਇੱਕ ਓਮਕਾਰ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਦੱਸਿਆ ਵੀ ਜਿਹੜਾ ਰੱਬ ਆ ਉਹ ਇੱਕ ਆ, ਸਾਨੂੰ ਕਦੇ ਵੀ ਰੱਬ ਤੋਂ ਕੀ ਆ ਡਿਫਰੈਂਟ ਨਹੀਂ ਬਣਨੇ ਚਾਹੀਦੇ, ਚਾਹੇ ਜਿੰਨੇ ਮਰਜ਼ੀ ਅਸੀਂ ਧਰਮ ਜਾਤ ਪਾਤ ਬਣਾ ਲਈਏ, ਪਰ ਜਿਹੜਾ ਰੱਬ ਆ ਉਹ ਸਭ ਲਈ ਇੱਕ ਆ ਅਤੇ ਹਮੇਸ਼ਾ ਇੱਕੋ ਜਿਹਾ ਹੀ ਰਹੇਗਾ। ਨੈਕਸਟ ਹੈਗਾ ਵਾ ਪਰਮਾਤਮਾ ਨਿਰੰਕਾਰ ਅਤੇ ਅਮੂਰਤ ਹੈ। ਵੀ ਗੁਰੂ ਨਾਨਕ ਦੇਵ ਜੀ ਮੰਨਦੇ ਸੀ ਵੀ ਜਿਹੜੇ ਪਰਮਾਤਮਾ ਨੇ ਉਹ ਨਿਰੰਕਾਰ ਦੱਸਿਆ, ਅਤੇ ਉਹਨਾਂ ਨੇ ਪਰਮਾਤਮਾ ਦਾ ਕੋਈ ਵੀ ਆਕਾਰ ਜਾਂ ਰੰਗ ਰੂਪ ਨਹੀਂ ਹੁੰਦਾ। ਉਹ ਫਿਰ ਵੀ ਉਹਨਾਂ ਵਿੱਚ ਕਈ ਅਨੇਕ ਗੁਣ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਇਸ ਉਹਨਾਂ ਦੇ ਅਨੁਸਾਰ ਜਿਹੜੇ ਨਿਰੰਕਾਰ ਅਤੇ ਅਕਾਲ ਮੂਰਤ ਹੈ, ਜੋ ਕਿ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਦੱਸਿਆ ਵੀ ਜਿਹੜੇ ਪਰਮਾਤਮਾ ਹੁੰਦਾ ਉਹ ਕੀ ਹੈ, ਨਿਰੰਕਾਰ ਆ, ਉਹਦਾ ਕੋਈ ਆਕਾਰ ਨਹੀਂ ਹੁੰਦਾ, ਉਹਦਾ ਕੋਈ ਰੰਗ ਕੋਈ ਰੂਪ ਨਹੀਂ ਕੋਈ। ਉਹ ਰੱਬ ਹਮੇਸ਼ਾ ਸਾਰੇ ਬੰਦਿਆਂ ਦੇ ਅੰਦਰ ਰਹਿੰਦਾ ਵਾ। ਤਾਂ ਸਾਨੂੰ ਰੱਬ ਨੂੰ ਮੂਰਤੀਆਂ ਵਿੱਚ ਨਹੀਂ ਪੂਜਣਾ ਚਾਹੀਦਾ, ਸਗੋਂ ਇੱਕ ਦੂਸਰੇ ਦੀ ਹੈਲਪ ਕਰਨੀ, ਇੱਕ ਦੂਸਰੇ ਨਾਲ ਸਹੀ ਢੰਗ ਦੇ ਨਾਲ ਬਿਹੇਵ ਕਰਨਾ, ਇਹਦੇ ਨਾਲ ਵੀ ਅਸੀਂ ਰੱਬ ਨੂੰ ਪ੍ਰਾਪਤ ਕਰ ਸਕਦੇ ਹਾਂ। ਨੈਕਸਟ ਹੈਗਾ ਵਾ ਪਰਮਾਤਮਾ ਸਰਬ ਵਿਆਪੀ ਅਤੇ ਸਰਬ ਸ਼ਕਤੀਮਾਨ ਹੈ। ਵੀ ਜਿਹੜਾ ਰੱਬ ਆ ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ ਵੀ ਜਿਹੜਾ ਰੱਬ ਆ ਉਹ ਕੀ ਆ, ਸਰਬ ਸ਼ਕਤੀਮਾਨ ਆ, ਸਰਬ ਵਿਆਪੀ ਦੱਸਿਆ ਵਾ। ਉਹਨਾਂ ਦੇ ਅਨੁਸਾਰ ਜਿਹੜਾ ਕੁਦਰਤ ਦੇ ਵਿੱਚ ਹਰੇਕ ਚੀਜ਼ ਜਿਹੜੀ ਬਣੀ ਆ ਜਾਂ ਮੌਜੂਦ ਆ ਉਹ ਸਾਰੀਆਂ ਰੱਬ ਦੁਆਰਾ ਬਣਾਈਆਂ ਗਈਆਂ ਨੇ। ਉਸ ਨੂੰ ਮੰਦਰ ਮਸਜਿਦ ਦੇ ਵਿੱਚ ਚਾਰ ਦੀਵਾਰੀ ਦੇ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ। ਵੀ ਰੱਬ ਨੂੰ ਕੀ ਆ, ਅਸੀਂ ਮੰਦਰ ਮਸੀਤਾਂ ਦੇ ਵਿੱਚ ਮੂਰਤੀਆਂ ਬਣਾ ਕੇ ਜਾਂ ਉਹਨਾਂ ਦੀਆਂ ਫੋਟੋਆਂ ਲਗਾ ਕੇ ਅਸੀਂ ਰੱਬ ਨੂੰ ਉੱਥੇ ਕੈਦ ਨਹੀਂ ਕਰ ਸਕਦੇ, ਕਿਉਂਕਿ ਰੱਬ ਹਰੇਕ ਕਿਤੇ ਆ, ਹਰੇਕ ਪੱਤੇ ਦੇ ਵਿੱਚ ਆ, ਕੀੜੀਆਂ ਦੇ ਵਿੱਚ ਆ, ਸਾਰੀਆਂ ਚੀਜ਼ਾਂ ਦੇ ਵਿੱਚ ਆ। ਤਾਂ ਸਾਨੂੰ ਰੱਬ ਨੂੰ ਕੀ ਆ, ਹਰੇਕ ਚੀਜ਼ਾਂ ਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ। ਸਾਨੂੰ ਉਹਨਾਂ ਨੂੰ ਮੰਦਰ ਮਸੀਤਾਂ ਵਿੱਚ ਜਾ ਕੇ ਭੰਡਣ ਦੀ ਕੋਈ ਲੋੜ ਨਹੀਂ। ਨੈਕਸਟ ਹੈਗੇ ਆ ਪਰਮਾਤਮਾ ਨੂੰ ਸਰਬ ਸ਼ਿਸ਼ਟ ਹੈ। ਵੀ ਜਿਹੜਾ ਪਰਮਾਤਮਾ ਉਹ ਸਰਬ ਸ਼ਿਸ਼ਟ ਆ, ਵੀ ਜਾਣੀ ਕਿ ਸਰਬ ਸ਼ਕਤੀਮਾਨ ਆ। ਪਰ ਗੁਰੂ ਨਾਨਕ ਦੇਵ ਜੀ ਦੁਆਰਾ ਵੀ ਜਿਹੜੇ ਪਰਮਾਤਮਾ ਨੇ ਉਹ ਸਰਬ ਸ਼੍ਰੇਸ਼ਟ ਨੇ। ਉਹ ਅਦਭੁਤ ਹਨ ਅਤੇ ਉਹਨਾਂ ਦੀ ਮਹਿਮਾ ਅਤੇ ਉਹਨਾਂ ਦੀ ਮਹਾਨਤਾ ਜਿਹੜੀ ਆ ਉਹ ਪਾਰ ਨਹੀਂ ਪਾਇਆ ਜਾ ਸਕਦਾ। ਵੀ ਜਾਣੀ ਕਿ ਜਿਹੜੇ ਰੱਬ ਨੇ ਉਹਨਾਂ ਦੀਆਂ ਜਿਹੜੀਆਂ ਦੇਣੀਆਂ ਨੇ ਜਾਂ ਉਹਨਾਂ ਦੀਆਂ ਮਹਿਮਾਵਾਂ ਜਾਂ ਉਹਨਾਂ ਦੀਆਂ ਸ਼ਕਤੀਆਂ ਨੇ, ਉਹਨਾਂ ਨੂੰ ਕੋਈ ਬੰਦਾ ਸਮਝ ਨਹੀਂ ਸਕਦਾ ਅਤੇ ਨਾ ਹੀ ਉਹਨਾਂ ਨੂੰ ਕਦੀ ਪਾ ਸਕਦਾ ਜਾਂ ਨਾ ਹੀ ਉਹਨਾਂ ਨੂੰ ਦੇਖ ਸਕਦਾ। ਪਰਮਾਤਮਾ ਦਿਆਲੂ ਹੈ। ਵੀ ਜਿਹੜਾ ਰੱਬ ਹੁੰਦਾ ਵਾ ਉਹਨਾਂ ਦੇ ਅਨੁਸਾਰ ਵੀ ਜਿਹੜਾ ਪਰਮਾਤਮਾ ਵਾ ਉਦੋਂ ਵੱਧ ਦਿਆਲੂ ਕੋਈ ਹੈ ਨਹੀਂ। ਉਹ ਜ਼ਰੂਰਤ ਪੈਣ 'ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੀ ਹੈ। ਵੀ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਵੀ ਜੇਕਰ ਰੱਬ ਨੂੰ ਅਸੀਂ ਸੱਚੇ ਦਿਲ ਨਾਲ ਚਾਹੁੰਦੇ ਹਾਂ ਅਤੇ ਪਿਆਰ ਨਾਲ ਕਰਦੇ ਹਾਂ ਤਾਂ ਰੱਬ ਹਮੇਸ਼ਾ ਸਾਡੇ ਨਾਲ ਹੀ ਰਹਿੰਦਾ ਵਾ। ਅਤੇ ਜੇਕਰ ਸਾਨੂੰ ਜਿੱਥੇ ਵੀ ਲੋੜ ਪੈਂਦੀ ਆ ਤਾਂ ਰੱਬ ਸਾਡੇ ਲਈ ਕੋਈ ਨਾ ਕੋਈ ਫਰਿਸ਼ਤਾ ਬਣ ਕੇ ਜਾਂ ਕੋਈ ਨਾ ਕੋਈ ਰੱਬ ਦਾ ਰੂਪ ਬਣ ਕੇ ਉਹ ਸਾਡੇ ਨਾਲ ਆਉਂਦਾ ਵਾ ਅਤੇ ਸਾਡੀ ਹੈਲਪ ਕਰਕੇ ਚਲੇ ਜਾਂਦੇ ਆ। ਸੈਕਿੰਡ ਕੁਐਸਚਨ ਕੀ ਆ, ਗੁਰੂ ਨਾਨਕ ਦੇਵ ਜੀ ਦੁਆਰਾ ਦੂਜੀ ਉਦਾਸੀ ਵੇਲੇ ਕਿੱਥੇ ਕਿੱਥੇ ਗਏ। ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਦੂਜੀ ਉਦਾਸੀ ਕੀਤੀ ਤਾਂ ਉਹਨਾਂ ਨੇ ਕਿੱਥੇ ਕਿੱਥੇ ਜਾ ਕੇ ਇਹ ਉਦਾਸੀ ਦਾ ਪ੍ਰਚਾਰ ਕੀਤਾ। ਆਪਣੀ ਦੂਜੀ ਉਦਾਸੀ ਸਮੇਂ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਇਹ ਆਧੁਨਿਕ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ। ਉੱਥੋਂ ਉਹਨਾਂ ਨੇ ਬਿਲਾਸਪੁਰ, ਮੰਡੀ, ਸਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸੰਪਤੀ ਆਦਿ ਸਥਾਨਾਂ ਦੇ ਉੱਤੇ ਦੌਰਾ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ। ਇਸ ਉਦਾਸੀ ਵਿੱਚ ਗੁਰੂ ਸਾਹਿਬ ਜੀ ਦਾ ਬੱਤ ਕੈਲਾਸ਼ ਪਰਬਤ, ਲਦਾਖ, ਕਸ਼ਮੀਰ ਦੇ ਵਿੱਚ ਵੀ ਗਏ। ਇਸ ਪਿੱਛੋਂ ਉਹਨਾਂ ਨੇ ਹਸਨ ਅਬਦਾਲ, ਸਿਆਲਕੋਟ ਦਾ ਦੌਰਾ ਕੀਤਾ ਅਤੇ ਉੱਥੇ ਆਪਣਾ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ। ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ, ਦੂਜੀ ਉਦਾਸੀ ਜਿਹੜੀ ਜ਼ਿਆਦਾਤਰ ਉਹਨਾਂ ਨੇ ਕੀਤੀ ਉਹ ਹਿਮਾਚਲ ਸਾਈਡ ਦੇ ਵਿੱਚ ਕੀਤੀ ਆ। ਜਾਣੀ ਕਿ ਹਿਮਾਚਲ ਜਿਹੜਾ ਕਿ ਸਾਡਾ ਕੀ ਆ ਪਹਾੜੀ ਏਰੀਆ ਵਾ ਉੱਥੇ ਕੀਤਾ ਅਤੇ ਉੱਥੇ ਦੇ ਲੋਕ ਜਾਣੀ ਕਿ ਇਹ ਜਿਹੜਾ ਏਰੀਆ ਵਾ ਜ਼ਿਆਦਾਤਰ ਕੀ ਨੇ, ਇੱਥੇ ਬਾਬਿਆਂ ਅਤੇ ਸਾਧੂ ਸੰਤਾਂ ਨੂੰ ਜ਼ਿਆਦਾ ਪੂਜਿਆ ਜਾਂਦਾ ਵਾ। ਤਾਂ ਉਹਨਾਂ ਨੂੰ ਵੀ ਉਹਨਾਂ ਨੇ ਸਹੀ ਰਾਸਤੇ ਪਾਇਆ ਅਤੇ ਉਹਨਾਂ ਨੂੰ ਦੱਸਿਆ ਵੀ ਅਸੀਂ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ, ਅਤੇ ਇਸ ਤਰੀਕੇ ਨਾਲ ਉਹਨਾਂ ਨੇ ਕਈ ਲੋਕਾਂ ਨੂੰ ਆਪਣੇ ਨਾਲ ਜੋੜਿਆ। ਗੁਰੂ ਨਾਨਕ ਦੇਵ ਜੀ ਦੇ ਜਨੇਊ ਰਸਮ ਦਾ ਵਰਣਨ ਕਰੋ। ਵੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਇਆ ਜਾ ਰਿਹਾ ਸੀ ਤਾਂ ਉਸ ਦੇ ਵੇਲੇ ਤੁਸੀਂ ਦੱਸਣਾ ਕੀ ਹੋਇਆ। ਵੀ ਅਜੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਚੱਲ ਹੀ ਰਹੀਆਂ ਸੀ ਅਤੇ ਉਹਨਾਂ ਦੇ ਮਾਪਿਆਂ ਨੇ ਜਿਹੜਾ ਵਾ ਪੁਰਾਤਨ ਸਨਾਤਨ ਜਿਹੜੀ ਰੀਤੀ ਰਿਵਾਜ ਦੇ ਅਨੁਸਾਰ ਉਹਨਾਂ ਨੂੰ ਜਨੇਊ ਪਾਉਣਾ ਚਾਹਿਆ ਅਤੇ ਉਸ ਵਿਸ਼ੇਸ਼ ਰਸਮ ਦੇ ਵਿੱਚ ਸਾਕ ਸੰਬੰਧੀਆਂ ਨੂੰ ਵੀ ਬੁਲਾਇਆ ਗਿਆ। ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਜਿਹੜਾ ਪੰਡਿਤ ਹਰਦਿਆਲ ਜੀ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਉਹਨਾਂ ਨੂੰ ਜਨੇਊ ਪਾਉਣ ਲਈ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਸਰੀਰ ਦੇ ਲਈ ਨਹੀਂ ਬਲਕਿ ਆਤਮਾ ਲਈ ਇੱਕ ਸਥਾਈ ਜਨੇਊ ਚਾਹੀਦਾ ਹੈ। ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜੋ ਸੂਤ ਦੇ ਧਾਗੇ ਦਾ ਨਹੀਂ ਸਗੋਂ ਸਤਿਗੁਣਾਂ ਦੇ ਧਾਗਿਆਂ ਦਾ ਬਣਿਆ ਹੋਵੇ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਭ ਨੂੰ ਪਤਾ ਵਾ ਵੀ ਗੁਰੂ ਨਾਨਕ ਦੇਵ ਜੀ ਛੋਟੇ ਹੁੰਦੇ ਤੋਂ ਹੀ ਉਹਨਾਂ ਦੀਆਂ ਜਨਮ ਸਾਖੀਆਂ ਅਤੇ ਉਹਨਾਂ ਦੀਆਂ ਰੀਲਾਵਾਂ ਅਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਸੀਗੀਆਂ ਉਹ ਸਾਨੂੰ ਬਚਪਨ ਤੋਂ ਹੀ ਦੇਖਣ ਨੂੰ ਮਿਲਦੀਆਂ ਨੇ। ਉਹ ਦੂਸਰੇ ਬੱਚਿਆਂ ਨਾਲੋਂ ਬਿਲਕੁਲ ਅਲੱਗ ਸੀ, ਜਿਹਦੇ ਕਿ ਇੱਕ ਘਟਨਾ ਅਸੀਂ ਜਨੇਊ ਦੇ ਵਿੱਚ ਵੀ ਦੇਖਦੇ ਹਾਂ। ਜਨੇਊ ਦੀ ਰਸਮ ਜਿਹੜੀ ਹੁੰਦੀ ਆ ਹਿੰਦੂਆਂ ਦੇ ਵਿੱਚ ਬਹੁਤ ਮੰਨੀ ਜਾਂਦੀ ਹੈ। ਇੱਥੇ ਜਿਹੜਾ ਬੱਚਾ ਹੁੰਦਾ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਤਾਂ ਉਹਨਾਂ ਦੇ ਸਾਕ ਸੰਬੰਧੀਆਂ ਦੇ ਨਾਲ ਬਿਠਾ ਕੇ ਉਹਨਾਂ ਨੂੰ ਕੀ ਕੀਤਾ ਜਾਂਦਾ ਵਾ, ਉਹਨਾਂ ਨੂੰ ਦੱਸਿਆ ਜਾਂਦਾ ਵਾ ਵੀ ਜਨੇਊ ਕੀ ਹੁੰਦਾ ਵਾ, ਤਾਂ ਉਸ ਚੀਜ਼ਾਂ ਬਾਰੇ ਸਮਝਾਇਆ ਜਾਂਦਾ ਵਾ। ਤਾਂ ਗੁਰੂ
ਗੁਰੂ ਨਾਨਕ ਦੇਵ ਜੀ ਨੂੰ ਵੀ ਜਦੋਂ ਜਨੇਊ ਪਾਇਆ ਗਿਆ ਤਾਂ ਜਨੇਊ ਜੀ ਪਾਉਣ ਦੇ ਲਈ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਮਨਾ ਕਰ ਦਿੱਤਾ, ਕਿਉਂਕਿ ਉਹ ਚਾਹੁੰਦੇ ਸੀ ਵੀ ਉਹ ਸਿਰਫ ਦਿਖਾਵਾ ਨਾ ਕਰਨ। ਇਹ ਨਹੀਂ ਹੈ ਵੀ ਉਹਨਾਂ ਨੇ ਸਿਰਫ ਜਨੇਊ ਪਾ ਲਿਆ ਤਾਂ ਇਸ ਦਾ ਮਤਲਬ ਕੀ ਆ ਵੀ ਉਹ ਸਾਫ ਸੁਥਰੇ ਦੇ ਇੱਕ ਚੰਗੇ ਇਨਸਾਨ ਬਣ ਗਏ। ਉਹ ਕਹਿੰਦੇ ਵੀ ਮੈਨੂੰ ਜਨੇਊ ਇੱਦਾਂ ਦਾ ਚਾਹੀਦਾ ਵੀ ਜਿਹੜਾ ਲਾਉਣਾ ਨਾ ਪਵੇ, ਨਾ ਟੁੱਟੇ, ਨਾ ਕਦੀ ਕੁਛ ਹੋਵੇ। ਮੈਨੂੰ ਸਦਗੁਣਾਂ ਦਾ ਜਿਹੜਾ ਵਾ ਧਾਗਾ ਚਾਹੀਦਾ ਵਾ, ਜਿਹਦੇ ਨਾਲ ਮੈਂ ਆਪਣਾ ਜਨੇਊ ਪਾ ਕੇ ਰੱਖਾਂ ਅਤੇ ਆ ਉਮਰ ਉਹ ਮੇਰੇ ਨਾਲ ਚੱਲਿਆ ਜਾਵੇ। ਨੈਕਸਟ ਹੈਗਾ ਵਾ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਦੇ ਵਿੱਚ ਕੀ ਕੀ ਕੀਤੇ ਅਪਣਾਏ, ਵੀ ਜਦੋਂ ਗੁਰੂ ਨਾਨਕ ਦੇਵ ਜੀ ਛੋਟੇ ਹੁੰਦੇ ਤੋਂ ਵੱਡੇ ਹੁੰਦੇ ਗਏ ਤਾਂ ਉਹਨਾਂ ਨੇ ਕਿਹੜੇ ਕਿਹੜੇ ਕੀਤੇ। ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹਨਾਂ ਨੇ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੇ ਵਿੱਚ ਅਣਦੇਖੀ ਕਰਨ ਲੱਗੇ ਸਨ, ਤਾਂ ਉਹਨਾਂ ਦੇ ਵਰਤੀਰੇ ਦੇ ਪਰਿਵਰਤਨ ਲਿਆਉਣ ਦੇ ਲਈ ਉਹਨਾਂ ਦੇ ਪਿਤਾ ਜੀ ਨੇ ਦੱਸੇ ਉਹਨਾਂ ਨੂੰ ਪਸ਼ੂ ਚਾਰਨ ਲਈ ਭੇਜਿਆ। ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਦੇ ਵਿੱਚ ਹੀ ਲੀਨ ਰਹਿੰਦੇ ਸਨ ਅਤੇ ਪਸ਼ੂਆਂ ਦੇ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ ਚਰਦੇ ਰਹਿੰਦੇ ਸਨ। ਕਿਸਾਨਾਂ ਦੀ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਦੇ ਵਿੱਚ ਲਾਉਣ ਦਾ ਯਤਨ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਲਈ ਭੇਜਿਆ, ਪਰੰਤੂ ਉਹਨਾਂ ਨੇ 20 ਰੁਪਏ ਦੇ ਸਾਧੂਆਂ ਨੂੰ ਖਾਣਾ ਖਵਾਉਣ 'ਤੇ ਖਰਚ ਕਰ ਦਿੱਤੇ। ਇਹ ਘਟਨਾ ਦਾ ਇਤਿਹਾਸ ਦੇ ਵਿੱਚ ਸੱਚਾ ਸੌਦਾ ਨਾਮ ਦੇ ਨਾਲ ਪ੍ਰਸਿੱਧ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹਨਾਂ ਦਾ ਹਮੇਸ਼ਾ ਹੀ ਕੀ ਰਿਹਾ, ਦੁਨਿਆਵੀ ਚੀਜ਼ਾਂ ਦੇ ਵਿੱਚ ਉਹਨਾਂ ਦਾ ਕਦੇ ਵੀ ਮੋਹ ਨਹੀਂ ਰਿਹਾ। ਉਹ ਹਮੇਸ਼ਾ ਚਾਹੁੰਦੇ ਸੀ ਵੀ ਅਸੀਂ ਕੀ ਆ ਸਾਰੀਆਂ ਸੱਚਾਈਆਂ ਦੇ ਨਾਲ ਚੱਲੀਏ, ਹਮੇਸ਼ਾ ਰੱਬ ਨੂੰ ਪਾਉਣ ਦੇ ਬਾਰੇ ਗੱਲ ਕਰੀਏ, ਕਦੇ ਵੀ ਇਹ ਨਾ ਹੋਵੇ ਵੀ ਅਸੀਂ ਕੀ ਆ ਦੁਨਿਆਵੀ ਚੀਜ਼ਾਂ ਦੇ ਵਿੱਚ ਫਸੇ ਰਹਿ ਜਾਈਏ। ਤਾਂ ਪਰ ਉਹਨਾਂ ਦੇ ਪਿਤਾ ਜਿਹੜੇ ਚਾਹੁੰਦੇ ਸੀ ਵੀ ਉਹ ਦੁਨਿਆਵੀ ਚੀਜ਼ਾਂ ਨੂੰ ਸਿੱਖਣ ਅਤੇ ਉਹ ਇੱਕ ਚੰਗੇ ਇਨਸਾਨ ਦੇ ਨਾਲ ਇੱਕ ਚੰਗੇ ਵਪਾਰੀ ਅਤੇ ਚੰਗੀਆਂ ਗੱਲਾਂ ਵੀ ਸਿੱਖ ਸਕਣ ਜਿਹੜੀਆਂ ਦੁਨੀਆ ਦੇ ਵਿੱਚ ਹੁੰਦੀਆਂ ਨੇ, ਜਿਹੜੇ ਕਿ ਉਹਨਾਂ ਨੂੰ ਦੂਸਰੇ ਬੱਚਿਆਂ ਦੀ ਤਰੀਕੇ ਦੇ ਨਾਲ ਬਣਾ ਸਕੇ। ਪਰ ਕਦੇ ਵੀ ਗੁਰੂ ਨਾਨਕ ਦੇਵ ਜੀ ਨੇ ਇਸ ਚੀਜ਼ਾਂ ਦੇ ਵਿੱਚ ਧਿਆਨ ਨਹੀਂ ਦਿੱਤਾ ਅਤੇ ਉਹ ਹਮੇਸ਼ਾ ਰੱਬ ਦੀ ਭਗਤੀ ਵਿੱਚ ਹੀ ਲੀਨ ਰਹੇ। ਚਾਹੇ ਉਹਨਾਂ ਨੂੰ ਪਸ਼ੂ ਚਰਾਉਣ ਦੇ ਲਈ ਕਿਹਾ ਗਿਆ, ਚਾਹੇ ਉਹਨਾਂ ਨੂੰ 20 ਰੁਪਏ ਦੇ ਕੇ ਉਹਨਾਂ ਦੇ ਪਿਤਾ ਦੁਆਰਾ ਸੌਦਾ ਕਰਨ ਦੇ ਲਈ ਕਿਹਾ ਗਿਆ, ਅਤੇ ਉਹਨਾਂ ਨੇ ਉਹ ਸੌਦਾ ਵੀ ਅਜਿਹਾ ਕੀਤਾ ਜਿਹੜਾ ਕਿ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਆ, ਅਤੇ ਉਹਨਾਂ ਦੀ ਸਿੱਖਿਆ ਵੀ ਸਾਨੂੰ ਆਪਣੇ ਮਨ ਦੇ ਵਿੱਚ ਧਾਰਨੀਆਂ ਚਾਹੀਦੀਆਂ ਨੇ। ਲਾਸਟ ਕੁਐਸਚਨ ਆ ਅੱਜ ਦੇ ਸੈਸ਼ਨ ਦਾ, ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਸਮੇਂ ਕਿਹੜੇ ਸਥਾਨਾਂ 'ਤੇ ਗਏ? ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਪਹਿਲੇ ਜਦੋਂ ਉਹਨਾਂ ਉਦਾਸੀ ਕੀਤੀ ਤਾਂ ਕਿੱਥੇ ਕਿੱਥੇ ਗਏ ਸੀਗੇ? ਆਪਣੀ ਪਹਿਲੀ ਉਦਾਸੀ ਜੇ ਗੁਰੂ ਨਾਨਕ ਦੇਵ ਜੀ ਹੇਠ ਲਿਖੇ ਸਥਾਨਾਂ 'ਤੇ ਗਏ, ਸੁਲਤਾਨਪੁਰ ਵਿੱਚ ਚੱਲੇ ਅਤੇ ਸੱਯਦਪੁਰ ਤੋਂ ਗਏ ਅਤੇ ਉੱਥੇ ਭਾਈ ਲਾਲੋ ਜੀ ਨੂੰ ਆਪਣਾ ਸ਼ਰਧਾਲੂ ਬਣਾਇਆ। ਇਸ ਪਿੱਛੋਂ ਗੁਰੂ ਸਾਹਿਬ ਜੀ ਤੁਲੰਬਾ ਦੇ ਸੱਜਣ ਠਾਕਰ ਦੇ ਕੋਲ ਅਤੇ ਕੁਰੂਕਸ਼ੇਤਰ ਦੇ ਅਤੇ ਪਾਣੀਪਤ ਗਏ ਅਤੇ ਉਹਨਾਂ ਥਾਵਾਂ 'ਤੇ ਲੋਕਾਂ ਨੂੰ ਸ਼ੁਭ ਕਰਮ ਦੇ ਲਈ ਪ੍ਰੇਰਿਤ ਕੀਤਾ। ਫਿਰ ਉਹ ਪਾਣੀਪਤ ਦੇ ਵਿੱਚ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ, ਉੱਥੇ ਉਹਨਾਂ ਨੇ ਸਥਾਨ ਦੇ ਵਿੱਚ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੂਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਅਤੇ ਦੱਖਣ ਭਾਰਤ ਦੇ ਕਈ ਸਥਾਨਾਂ ਦਾ ਦੌਰਾ ਕੀਤਾ। ਅੰਤ ਵਿੱਚ ਉਹ ਪਾਕਪਟਨਮ ਤੋਂ ਦਿਲਾਪੁਰ ਹੁੰਦੇ ਹੋਏ ਉਹ ਸੁਲਤਾਨਪੁਰ ਲੋਧੀ ਪਹੁੰਚ ਗਏ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਨੇ ਜਿਹੜੀ ਆਪਣੀ ਪਹਿਲੀ ਉਦਾਸੀ ਸੀ ਉਹ ਸੁਲਤਾਨਪੁਰ ਤੋਂ ਸਟਾਰਟ ਕੀਤੀ, ਜਿੱਥੇ ਉਹਨਾਂ ਨੂੰ ਪਹਿਲੀ ਵਾਰ ਗਿਆਨ ਪ੍ਰਾਪਤ ਹੋਇਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗਿਆਨ ਵੰਡਣ ਦੇ ਲਈ ਉਹ ਲੋਕਾਂ ਦੇ ਵਿੱਚ ਗਏ ਅਤੇ ਸੱਯਦਪੁਰ ਦੇ ਵਿੱਚ ਜਿਹੜੇ ਭਾਈ ਲਾਲੋ ਜੀ ਸੀਗੇ ਜਿਨ੍ਹਾਂ ਦੀ ਅਸੀਂ ਸਾਖੀ ਸੁਣੀ ਆ, ਜਿਹੜੇ ਕਿ ਮਲਿਕ ਭਾਗੋ ਦੇ ਨਾਮ ਦੇ ਨਾਲ ਜਾਣੇ ਜਾਂਦੇ ਸੀਗੇ, ਉਹਨਾਂ ਨੂੰ ਆਪਣਾ ਸ਼ਰਧਾਲੂ ਬਣਾਇਆ। ਅਤੇ ਉਸ ਤੋਂ ਬਾਅਦ ਉਹ ਆਪਣੇ ਗੁਰੂ ਸਾਹਿਬ ਜੀ ਜਿਹੜੇ ਸੀਗੇ ਉਹ ਤੁਲਬਾ ਦੇ ਵਿੱਚ ਜਿਹੜੇ ਸੱਜਣ ਠੱਗ ਦੇ ਕੋਲ ਗਏ ਅਤੇ ਉਹਨਾਂ ਨੂੰ ਆਪਣਾ ਇੱਕ ਸ਼ਰਧਾਲੂ ਬਣਾਇਆ। ਅਤੇ ਉਸ ਤੋਂ ਬਾਅਦ ਉਹ ਕੁਰੂਕਸ਼ੇਤਰ ਦੇ ਪਾਣੀਪਤ ਦੇ ਵਿੱਚ ਲੋਕਾਂ ਨੂੰ ਜਿਹੜੇ ਸੀਗੇ ਚੰਗੇ ਕਰਮ ਕਰਨ ਦੇ ਲਈ ਉਹਨਾਂ ਨੇ ਪ੍ਰੇਰਿਆ। ਫਿਰ ਉਸ ਤੋਂ ਬਾਅਦ ਉਹ ਪਾਣੀਪਤ ਹੁੰਦੇ ਹੋਏ ਹਰਿਦੁਆਰ ਗਏ। ਹਰਿਦੁਆਰ ਜਿਹੜਾ ਹਿੰਦੂਆਂ ਦਾ ਜਿਹੜਾ ਮੇਨ ਗੜ੍ਹ ਮੰਨਿਆ ਜਾਂਦਾ ਵਾ, ਜਿੱਥੇ ਕੀ ਆ ਜਿਹੜੇ ਕਿ ਫੁੱਲ ਤਾਰਨੇ ਜਾਂ ਹੋਰ ਜਿਹੜੀਆਂ ਰਸਮਾਂ ਰਿਵਾਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਅਤੇ ਉੱਥੇ ਅੰਧ ਵਿਸ਼ਵਾਸੀ ਲੋਕ ਬਹੁਤ ਸੀਗੇ, ਅਤੇ ਉਹ ਅੰਧ ਵਿਸ਼ਵਾਸੀ ਲੋਕਾਂ ਨੂੰ ਇੱਕ ਸਹੀ ਰਾਹ ਦੇ ਵਿੱਚ ਲੈ ਕੇ ਆਉਣ ਦੇ ਲਈ ਵੀ ਗੁਰੂ ਨਾਨਕ ਦੇਵ ਜੀ ਨੇ ਹੈਲਪ ਕੀਤੀ ਅਤੇ ਉਹਨਾਂ ਨੂੰ ਕੀ ਆ ਸਹੀ ਰਸਤੇ ਪਾਇਆ। ਇਸ ਤੋਂ ਬਾਅਦ ਉਹਨਾਂ ਨੇ ਕਈ ਯਾਤਰਾਵਾਂ ਤੱਕ ਗਏ ਅਤੇ ਦੱਖਣ ਭਾਰਤ ਦੇ ਕਈ ਦੌਰੇ ਕੀਤੇ। ਅਖੀਰ ਦੇ ਵਿੱਚ ਉਹ ਵਾਪਸ ਸੁਲਤਾਨਪੁਰ ਲੋਧੀ ਆ ਗਏ ਅਤੇ ਉੱਥੇ ਵੱਸ ਕੇ ਉਹਨਾਂ ਨੇ ਫਿਰ ਅੱਗੇ ਦੂਸਰੀ ਉਦਾਸੀ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਹਦੇ ਵਿੱਚ ਅਸੀਂ ਕੁਐਸਚਨ ਆਨਸਰ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਅਤੇ ਅਸੀਂ ਇਤਿਹਾਸ ਦੇ ਨਾਲ ਜੁੜੇ, ਅਤੇ ਤੁਹਾਨੂੰ ਵੀ ਇਤਿਹਾਸ ਜ਼ਿਆਦਾ ਪਸੰਦ ਆਇਆ ਹੋਊਗਾ ਅਤੇ ਮੇਰੀ ਵੀਡੀਓ ਵੀ ਵਧੀਆ ਲੱਗੀ ਹੋਊਗੀ। ਜੇਕਰ ਵਧੀਆ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ, ਅਤੇ ਜਿੰਨਾ ਹੋ ਸਕੇਗਾ ਮੈਂ ਵਧੀਆ ਢੰਗ ਦੇ ਨਾਲ ਹੋਰ ਵੀ ਵਧੀਆ ਪੜ੍ਹਾਉਣ ਦੀ ਕੋਸ਼ਿਸ਼ ਕਰੂੰਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।